ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ 2 ਵਜੇ ਦੀਆਂ 5 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਤਾਂ ਖਬਰ ਨੰਬਰ 5 ਦਾ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ। ਵੱਡੀ ਖਬਰ ਹੈ ਬੱਸਾਂ ਨੂੰ ਲੈ ਕੇ। ਬੱਸਾਂ ਦੇ ਵਿੱਚ ਨਹੀਂ ਲੱਗਣਗੀਆਂ ਪਿੰਡਰਾਂ ਵਾਲੇ ਤੇ ਹਵਾਰਾ ਦੀਆਂ ਤਸਵੀਰਾਂ। ਸਵੇਰੇ ਦੀ ਵੱਡੀ ਖਬਰ ਹੈ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਬਿਨਾਂ ਮਨਜ਼ੂਰੀ ਨਹੀਂ ਲੱਗੇਗੀ ਕੋਈ ਵੀ ਤਸਵੀਰ ਜਾਂ ਕੋਈ ਇਸ਼ਤਿਹਾਰ। ਪੰਜਾਬ ਸਰਕਾਰ ਦੇ ਵੱਲੋਂ ਸਪਸ਼ਟੀਕਰਨ ਸਾਫ਼ ਤੌਰ ਤੇ ਸਾਹਮਣੇ ਆ ਚੁੱਕਿਆ। ਦੱਸਦੀ ਕਿ ਲਗਾਤਾਰ ਇਸ ਨੂੰ ਲੈ ਕੇ ਅਸਮੰਜਸ ਕਹਿ ਸਕਦੇ ਹਾਂ ਜਾਂ ਬਿਆਨਬਾਜ਼ੀ ਕਹਿ ਸਕਦੇ ਹਾਂ, ਮੁੱਦਾ ਕਹਿ ਸਕਦੇ ਹਾਂ ਕਿ ਗਰਮਾ ਰਿਹਾ ਸੀ। ਤਾਂ ਤਸਵੀਰਾਂ ਤੇ ਹੁਣ ਟਵਿਸਟ ਨਜ਼ਰ ਆ ਰਿਹਾ, ਪਰ ਸਿੱਧੇ ਤੌਰ ਤੇ ਇੱਕ ਚਿੱਠੀ ਕਹਿ ਸਕਦੇ ਹਾਂ ਕਿ ਜਾਰੀ ਹੋਈ ਹੈ, ਜਿਸ ਦੇ ਵਿੱਚ ਵਿਭਾਗ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਬਿਨਾਂ ਮਨਜ਼ੂਰੀ ਤੇ ਨਾ ਪਿੰਡਰਾਂ ਵਾਲੇ ਔਰ ਨਾ ਹੀ ਹਵਾਰਾ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਤਸਵੀਰ ਜਿਹੜੀ ਹੈ ਜਾਂ ਇਸ਼ਤਿਹਾਰ ਜਿਹੜਾ ਹੈ ਉਹ ਨਹੀਂ ਲੱਗੇਗਾ। ਪੰਜਾਬ ਸਰਕਾਰ ਦਾ ਸਪਸ਼ਟੀਕਰਨ ਤੇ ਸਾਹਮਣੇ ਆਇਆ। ਪੀਆਰਟੀਸੀ ਤੋਂ ਮਨਜ਼ੂਰ ਸ਼ੁਦਾ ਇਸ਼ਤਿਹਾਰ ਜਾਂ ਸਲੋਗਨ ਹੀ ਲੱਗਣਗੇ। ਮਹਿਕਮੇ ਦੀਆਂ ਹਿਦਾਇਤਾਂ ਜਿਹੜੀਆਂ ਨੇ ਉਹ ਬਰਕਰਾਰ ਨੇ ਔਰ 16 ਮਈ ਨੂੰ ਪੀਆਰਟੀਸੀ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਹਿਦਾਇਤਾਂ ਜਾਰੀ ਕੀਤੀਆਂ ਸਨ ਔਰ ਹਿਦਾਇਤਾਂ ਦੇ ਮੁਤਾਬਿਕ ਬਿਨਾਂ ਮਨਜ਼ੂਰੀ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਤਸਵੀਰ ਨਹੀਂ ਲੱਗ ਸਕਦੀ। ਤਾਂ ਹਿਦਾਇਤਾਂ ਨੂੰ ਬਰਕਰਾਰ ਦੱਸਿਆ ਜਾ ਰਿਹਾ ਹੈ ਔਰ ਸਾਫ਼ ਕਰ ਦਿੱਤਾ ਗਿਆ। ਦੱਸਦੇ ਕਿ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਸਵਾਲ ਚੁੱਕਿਆ ਗਿਆ ਸੀ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਕਿ ਆਖਰਕਾਰ ਮਨਾਹੀ ਕੀਤੀ ਗਈ, ਜਿਸ ਤੋਂ ਬਾਅਦ ਖਾਸ ਤੌਰ ਤੇ ਜ਼ਿਕਰ ਹੋ ਰਿਹਾ ਹੈ, ਚਰਚਾ ਹੋ ਰਹੀ ਹੈ। ਲਗਾਤਾਰ ਇਹ ਖਬਰ ਸਾਹਮਣੇ ਆਈ ਕਿ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਨੋਟੀਫਿਕੇਸ਼ਨ ਵਾਪਸ ਲਿਆ ਗਿਆ ਹੈ। ਦੁਬਾਰਾ ਤੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਅਜਿਹੀ ਕੋਈ ਪਾਬੰਦੀ ਨਹੀਂ ਹੈ ਔਰ ਜੇਕਰ ਪਾਬੰਦੀ ਲਗਾਈ ਗਈ ਸੀ ਤਾਂ ਉਸ ਨੂੰ ਵਾਪਸ ਲਿਆ ਗਿਆ। ਪਰ ਹਾਲ ਹੀ ਦੇ ਵਿੱਚ ਵੱਡੀ ਖਬਰ ਹੈ। ਵੱਡੀ ਖਬਰ ਦਾ ਜ਼ਿਕਰ ਕਰ ਰਹੇ ਕਿਉਂਕਿ ਪੀਆਰਟੀਸੀ ਦੀਆਂ ਬੱਸਾਂ ਤੇ ਜਿਸ ਤਰ੍ਹਾਂ ਦੇ ਨਾਲ ਇਸ਼ਤਿਹਾਰ ਜਾਂ ਕੋਈ ਤਸਵੀਰਾਂ ਲੱਗਣ ਨੂੰ ਲੈ ਕੇ ਇਹ ਸਾਫ਼ ਕਰ ਦਿੱਤਾ ਗਿਆ ਕਿ ਬਿਨਾਂ ਮਨਜ਼ੂਰੀ ਦੇ ਕੋਈ ਵੀ ਬੱਸਾਂ ਤੇ ਤਸਵੀਰ ਜਾਂ ਕਿਸੇ ਤਰ੍ਹਾਂ ਦਾ ਇਸ਼ਤਿਹਾਰ ਨਹੀਂ ਲਗਾਇਆ ਜਾ ਸਕੇਗਾ। ਸੋ ਪੰਜਾਬ ਸਰਕਾਰ ਦਾ ਸਪਸ਼ਟੀਕਰਨ ਸਾਹਮਣੇ ਆ ਚੁੱਕਿਆ ਹੈ ਔਰ ਪੀਆਰਟੀਸੀ ਤੋਂ ਮਨਜ਼ੂਰ ਸ਼ੁਦਾ ਹੀ ਇਸ਼ਤਿਹਾਰ ਜਾਂ ਫਿਰ ਸਲੋਗਨ ਜਿਹੜੇ ਨੇ ਉਹ ਲਗਾਏ ਜਾ ਸਕਣਗੇ, ਯਾਨੀ ਕਿ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਏਗੀ। ਕਿਉਂਕਿ ਜੇਕਰ ਸ਼ੁਰੂਆਤ ਦੀ ਚਿੱਠੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਆਖਰਕਾਰ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਜੇਕਰ ਇਸ਼ਤਿਹਾਰ ਜਾਂ ਕਿਸੇ ਤਰ੍ਹਾਂ ਦੀ ਤਸਵੀਰ ਲਗਾਉਣੀ ਹੈ ਤਾਂ ਫਿਰ ਅਗਰ ਕਿਸੇ ਵੀ ਤਰ੍ਹਾਂ ਦੀ ਇਤਰਾਜ਼ਯੋਗ ਕੋਈ ਤਸਵੀਰ ਹੋਏਗੀ ਉਸ ਦੀ ਜ਼ਿੰਮੇਵਾਰੀ ਬੱਸ ਦੇ ਡਰਾਈਵਰ ਜਾਂ ਫਿਰ ਉਹਨਾਂ ਦੀ ਹੀ ਹੋਏਗੀ ਜਿਨ੍ਹਾਂ ਦੇ ਵੱਲੋਂ ਇਹ ਬੱਸ ਚਲਾਈ ਜਾ ਰਹੀ ਹੈ। ਪਰ ਸਿੱਧੇ ਤੌਰ ਤੇ ਹੁਣ ਕਿਤੇ ਨਾ ਕਿਤੇ ਇਸ ਮਸਲੇ ਨੂੰ ਲੈ ਕੇ ਦੁਬਾਰਾ ਤੋਂ ਇੱਕ ਚਿੱਠੀ ਜਾਰੀ ਹੋਈ ਹੈ ਤਾਂ ਜਿਸ ਦੇ ਵਿੱਚ ਲਗਭਗ ਸਾਰੀ ਤਸਵੀਰ ਕਹਿ ਸਕਦੇ ਹਾਂ ਸਾਫ਼ ਹੁੰਦੀ ਨਜ਼ਰ ਆਈ ਹੈ ਕਿ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਾ ਹੀ ਕੋਈ ਇਸ਼ਤਿਹਾਰ ਲੱਗ ਸਕੇਗਾ, ਨਾ ਹੀ ਕੋਈ ਸਲੋਗਨ ਜਿਹੜਾ ਉਹ ਬੱਸਾਂ ਤੇ ਲਗਾਇਆ ਜਾ ਸਕਦਾ। ਤਾਂ ਇਹ ਮਾਮਲਾ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਭਖਦਾ ਜਾ ਰਿਹਾ ਸੀ ਔਰ ਖਾਸ ਤੌਰ ਤੇ ਇਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸਨ। ਜੇਕਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਖਾਲਿਸਤਾਨੀਆਂ ਦੇ ਸਾਹਮਣੇ ਗੋਡੇ ਟੇਕ ਦਿੱਤੇ ਗਏ ਨੇ। ਪਰ ਹੁਣ ਕਹਿ ਸਕਦੇ ਆ ਕਿ ਇਹ ਮਸਲਾ ਇੱਕ ਹੋਰ ਵੱਖਰਾ ਜਾਂ ਕਹਿ ਲਈਏ ਕਿ ਕਾਫੀ ਕੁਝ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ਼ਤਿਹਾਰ ਨੂੰ ਲੈ ਕੇ, ਸਲੋਗਨਸ ਨੂੰ ਲੈ ਕੇ, ਤਸਵੀਰਾਂ ਨੂੰ ਲੈ ਕੇ, ਕਿਉਂਕਿ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਨੂੰ ਲੈ ਕੇ ਜਿਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਂ ਚਿੱਠੀ ਜਾਰੀ ਹੋਈ ਤਾਂ ਉਸ ਤੋਂ ਬਾਅਦ ਇਹ ਅੱਜ ਸਵੇਰ ਤੋਂ ਚਰਚਾ ਲਗਾਤਾਰ ਚੱਲ ਰਹੀ ਹੈ। ਖਬਰ ਲਗਾਤਾਰ ਜਨਤਕ ਹੋ ਰਹੀ ਹੈ ਕਿ ਆਖਰਕਾਰ ਕਿ ਜਿਸ ਤਰ੍ਹਾਂ ਦੇ ਨਾਲ ਇਹ ਚਿੱਠੀ ਜਿਹੜੀ ਹੈ ਦੁਬਾਰਾ ਤੋਂ ਹੁਣ ਜਾਰੀ ਕੀਤੀ ਗਈ ਔਰ ਕਾਫੀ ਕੁਝ ਸਾਫ਼ ਹੁੰਦਾ ਹੋਇਆ ਵੀ ਨਜ਼ਰ ਆਇਆ। ਔਰ ਵਿਸਤਾਰ ਦੇ ਵਿੱਚ ਚਰਚਾ ਕਰਨ ਨੂੰ ਸਿੱਧੇ ਚੱਲਦੇ ਹਾਂ ਨਿਊਜ਼ ਰੂਮ ਮੇਰੇ ਸਹਿਯੋਗੀ ਵਿਜੇ ਬਰਾੜ ਨੇ। ਜੀ ਵਿਜੇ, ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਟਵਿਸਟ ਹੈ ਜਾਂ ਫਿਰ ਕੰਫਿਊਜ਼ਨ ਸੀ ਜੋ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। पर इस बारे सरकार ने स्पष्ट कर दिता है, स्पष्टीकरण दे दिता है कि बसां दे उपर, खास करके सरकारी बसां दे उपर बिना महकमे दी मंजूरी तो कोई भी तस्वीर, चाहे वो किसी भी धर्म नाल रिलेटेड होवे, चाहे वो जरनैल सिंह पिंडरावाला दी है या जगतार सिंह हवारा दी है या कोई हिंदू देवी देवते दी है, कोई गुरुआं दी है, किसी भी धर्म नाल संबंधित जिहड़ी तस्वीर है, किसी तरीके दा कोई निजी इश्तिहार है, किसी तरह का कोई स्लोगन है, कोई शब्दावली लिखी हुई है, वो नहीं लिखी जा सकती सरकारी बसां दे उपर। ये महकमे ने एक ऑर्डर जारी किया सी गुरजोत 16 मई नूं। 16 मई नूं जिहड़ा जीएम ने, जिहड़े पीआरटीसी दे जनरल मैनेजर ने, उन्हां वल्लों सारे जिहड़े स्टाफ नूं, जिहड़े ड्राइवर कंडक्टर ने या होर जिहड़ा आवाजाही नाल संबंधित स्टाफ है, उसनूं ये हदायतां जारी कीतियां गईयां सी। वो लैटर की कॉपी इस वेले साडे कोल है, जिहड़े ऑर्डर सी उसदे विच लिखिया गया सी कि पीआरटीसी नाल संबंधित सूचना ਅਤੇ मुख दफ्तर की प्रवानगी नाल जिहड़े लाए गए इश्तिहार ने उन्हां तो इलावा कोई भी गैर कानूनी या कोई भी फोटो या कोई शेर आदि नहीं लिखे होने चाहिए। जे लिखे ने तो इसकी जिम्मेवारी ड्राइवर की होएगी। यानी सीधा आपां कह सकते हैं जिहड़ी चीज़ नूं लैके विवाद चल रहा है या बवाल हो रहा है कि पिंडरावाला दियां या जगतार सिंह हवारा दियां या किसी भी होर हिंदू व्यक्ति दियां, किसी ईसाई दियां, किसी मुस्लिम धर्म नाल संबंधित कोई भी तस्वीर
या कोई शेयर या कोई इश्तिहार नहीं लाया जा सकेगा। ये उस लैटर दे विच लिखिया होया 16 मई दे जिहड़े ऑर्डर ने। हुण जिहड़ा सरकार ने अज ਜਿਹੜੀਆਂ ਇਹ खबरां आईयां कि सरकार ने ऑर्डर वापस लै लए ने या जिहड़ी चिट्ठी वापस लै ਲਈ गई है, ਉਹ चिट्ठी दरअसल गुरजोत एक गुरसिमरन मंड ने लुधियाना दे उन्हां ने सरकार नूं एक शिकायत दे वजों चिट्ठी भेजी सी, जिस दे विच लिखिया सी कि बसां दे विच जगतार सिंह हवारा या जरनैल सिंह भिंडरावाला ਦੀਆਂ तस्वीरां ਲੱਗੀਆਂ ने और उत्थे इतराजयोग शब्दावली लिखी है, कृपा करके इन्हां नूं हटाया जावे, इन्हां ते कार्रवाई की जावे। ये एक शिकायत आई सी महकमे कोल, पैप्सू रोड ट्रांसपोर्ट कारपोरेशन दे कोल, PRTC कोल। उस शिकायत नूं ओदी कॉपी जोड़ के महकमे ने यह चिट्ठी कढ़ी सी कि इस शिकायत का निपटारा किया जाए। वो 3829 नंबर शिकायत सी, जिहड़ा पत्र नंबर सी, जिहदे विच इन्हां ने कहा सी कि इसका निपटारा किया जाए। वो सरकार ने वापस लिया, जिहड़ा निपटारा करन दी गल सरकार ने कही सी, वो सरकार ने अपनी चिट्ठी जिहड़ी है उसनूं वापस लिया। जदों कि जिहड़े 16 मई दे हुक्म ने, जिहदे विच लिखिया गया कि किसी भी बस ते किसी तरह की कोई फोटो, कोई इश्तिहारबाजी, कोई शेरो शायरी, कुछ भी ऐसा बस के शीशियां ते या बारियां ते नहीं लिखा जाएगा। ये 16 मई दे सरकार दे ऑर्डर ने, ये ऑर्डर उस तरीके नाल बरकरार ने। और इसका मतलब हुण साफ साफ जे आपां वन लाइनर खबर की गल करिए तो खबर यह है कि बसां दे विच सरकारी बसां ते कोई फोटो ना, कोई जरनैल सिंह भिंडरावाला दी, जगतार सिंह हवारा दी, कोई हिंदू लीडर, कोई ईसाई, कोई मुस्लिम, किसी धर्म नाल संबंधित कोई देवी देवते, गुरु साहबान, किसी की कोई तस्वीर नहीं लगाई जा सकेगी महकमे की मंजूरी तो बिना। जे महकमा किसी तस्वीर नूं लगाउण दी मंजूरी दिंदा है, वो फिर वो तस्वीर लगाई जा सकती है। पर जे महकमे की मंजूरी नहीं है तो किसी तरह की कोई तस्वीर, कोई शेर, किसी निजी कंपनी का इश्तिहार, किसी तरह की कोई चीज नहीं लगाई जा सकेगी। ये बड़ा क्लीयर है। दूजी गल गुरजोत इस दे विच इह भी सोचण वाली है कि आखिर ये बवाल पैदा क्यों होया, ये विवाद पैदा क्यों होया, क्यों जरनैल सिंह भिंडरावाला दा या जगतार सिंह हवारा दा जिक्र इस मामले दे विच आया। वो गुरजोत जिक्र इस करके आया कि जदों 16 मई की यह चिट्ठी जारी हुंदी है कि बसां किसी तरह का कोई इश्तिहार नहीं लगेगा या ऐसा है, तो उस तो बाद जिहड़े ADGP लॉ एंड ऑर्डर ने पंजाब दे, उन्हां वल्लों एक चिट्ठी जारी हुंदी है महकमे वल्लों। वो हुंदी है विभाग दे अंदर ही सारे जिलिਆਂ ਦੇ SSPs ਨੂੰ कि कई बसां जिहड़ियां ने ਉਹਦੇ ਚ ਉਹਨਾਂ ਨੇ ਬੱਸਾਂ ਦੇ नंबर और ਕਿਹੜੇ डिपू ਦੀ ਬੱਸ है ये भी दर्शाया होया सी। और उस दे विच ਉਹਨਾਂ ने लिखिया सी कि इन्हां ਬੱਸਾਂ ਦੇ ਵਿੱਚ जरनैल सिंह भिंडरावाला दियां, जगतार सिंह हवारा दियां तस्वीरां लिखियां ने और कुछ ऐसे स्लोगन लिखे हुए ने जिन्हां ते हिंदू जथेबंदियां नूं या होर वर्गां दे लोकां नूं इतराज हो सकदा है। तो इस करके ਜਿਹੜੀਆਂ ਜਥੇਬੰਦੀਆਂ ਨੇ, ਹਿੰਦੂ ਜਥੇਬੰਦੀਆਂ ਨੇ, ਉਹ ਕਈ ਤਰ੍ਹਾਂ ਦੇ ਪ੍ਰੋਟੈਸਟੋ ਲੀਕ ਸਕਦੀਆਂ ਜਾਂ ਅਗਲੇ ਦਿਨਾਂ ਦੇ ਵਿੱਚ ਇਸ ਦਾ ਵਿਰੋਧ ਕਰ ਸਕਦੀਆਂ ਔਰ ਉਸ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ। ਇਸ ਕਰਕੇ ਇਸ ਸਥਿਤੀ ਤੇ ਧਿਆਨ ਰੱਖਿਆ ਜਾਵੇ। ਇਹ ਇੰਟਰਨਲ ਉਹਨਾਂ ਨੇ ਆਪਣੇ ਮਹਿਕਮੇ 'ਚ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਸੀ। ਉਸ ਤੋਂ ਬਾਅਦ ਗੁਰਸਿਮਰਨ ਮੰਡ ਇੱਕ ਸ਼ਿਕਾਇਤ ਕਰਦੇ ਨੇ, ਸ਼ਿਕਾਇਤ ਤੇ ਮਹਿਕਮਾ ਕਹਿ ਦਿੰਦਾ ਕਿ ਇਹ ਕਾਰਵਾਈ ਕੀਤੀ ਜਾਵੇ। ਕਾਰਵਾਈ ਜਿਹਦਾ ਉਹਦੇ 'ਚ ਜਿਹੜਾ ਸਬਜੈਕਟ ਸੀ ਜਾਂ ਮੁੱਦਾ ਸੀ, ਮੁੱਦਾ ਇਹੀ ਸੀ ਕਿ ਬੱਸਾਂ 'ਚ ਤਸਵੀਰਾਂ ਲੱਗੀਆਂ ਨੇ, ਕਾਰਵਾਈ ਕੀਤੀ ਜਾਵੇ। सो महकमे ने एक बार कहता कि इस शिकायत पर कार्रवाई की जाए, पर बाद दे विच उन्होंने ये चिट्ठी जिहड़ी सी ये वापस ले ली और वो कार्रवाई करने वाली चिट्ठी वापस लई है। यानी सरकार दे जिहड़े ऑर्डर ने जे सीधे सीधे शब्दां च गुरजोत समझाइए तां किसी भी बस दे विच किसी तरह की कोई जगतार सिंह हवारा दी या जरनैल सिंह भिंडरावाला दी या किसी हिंदू गुरु दी या किसी हिंदू आगू दी या किसी ईसाई या किसी मुस्लिम धर्म नाल संबंधित व्यक्ति दी या कोई शेरो शायरी या निजी कंपनी के इश्तिहार महकमे की मंजूरी तो बिना नहीं लगाए जा सकते। जी ठीक है विजय, धन्यवाद है तमाम जानकारी के लिए, शुक्रिया। यानी कि कह सकते हैं कि सारी कंफ्यूजन जो किसी तरह की नाल सी तां वो क्लीयर होंदी हुण नजर आ रही है कि आखिरकार जिहड़ी चिट्ठी सामने आई है तो उसदे विच आखिरकार की है, शिकायत वापस ले गई है ना कि ऑर्डर उसी तरह के नाल बरकरार ने। जेकर किसी किस्म का कोई इश्तिहार, कोई स्लोगन या कोई तस्वीर किसी खास विशेष व्यक्ति की जिहड़ी लगाई जाएगी, किसी धर्म के नाल भी संबंधित हो सकते हैं, तो फिर जिम्मेवारी जिहड़ी है या कह लीए इजाजत जिहड़ी है पहला लेनी होएगी विभाग तो इजाजत लैके ही जिहड़ी है वो तस्वीर या स्लोगन किसी तरह नाल लिखा जा सकता है। यानी कि वो फैसला उसी तरह दे नाल बरकरार कह सकते हैं। सो लगातार इस नूं लैके अहम चर्चा भी हो रही सी, सवाल भी उठे, पर सीधे तौर पर हुण किते ना किते ये सब साफ हुंदा नजर आया।
ਅੱਗੇ ਵਧਦੇ ਹਾਂ ਤਾਂ ਗੱਲ ਕਰਾਂਗੇ ਨਰਮਾ ਪੱਟੀ ਦੇ ਦੌਰੇ ਦੀ, ਜਿੱਥੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਪਹੁੰਚੇ ਔਰ ਵੱਖੋ-ਵੱਖ ਪਿੰਡਾਂ ਦੇ ਵਿੱਚ ਜਾ ਕੇ, ਖੇਤਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਗਿਆ। ਦੱਸਦੇ ਕਿ ਗੁਲਾਬੀ ਸੁੰਡੀ ਦਾ ਖਤਰਾ ਲਗਾਤਾਰ ਬਰਕਰਾਰ ਹੈ ਔਰ ਖਾਸ ਤੌਰ ਤੇ ਇੱਕ ਚਿੱਟਾ ਮੱਛਰ ਹੈ ਜੋ ਨਰਮੇ ਦੀ ਫਸਲ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹੁਣ ਜ਼ਿਆਦਾ ਖਤਰਾ ਉਸ ਦੇ ਨਾਲ ਪੈਦਾ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵੱਡਾ ਨੁਕਸਾਨ ਹੁਣ ਵੀ ਹੋਏਗਾ ਔਰ ਜੋ ਜਾਣਕਾਰੀ ਹੈ ਕਿ ਹੁਣ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਆਪਣੀ ਨਰਮੇ ਦੀ ਫਸਲ ਵਾਹ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੱਡਾ ਨੁਕਸਾਨ ਹੋਣ ਵਾਲਾ ਹੈ। ਉਸ ਖਤਰੇ ਤੋਂ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਆਪਣੀ ਫਸਲ ਵਾਹ ਦਿੱਤੀ ਗਈ, ਜਿਸ ਨੂੰ ਲੈ ਕੇ ਕੁਲਦੀਪ ਧਾਲੀਵਾਲ ਖੇਤੀਬਾੜੀ ਮੰਤਰੀ ਖੁਦ ਉਚੇਚੇ ਤੌਰ ਤੇ ਪਹੁੰਚੇ ਔਰ 37 ਟੀਮਾਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਭੇਜੀਆਂ ਗਈਆਂ ਨੇ ਜੋ ਵੱਖ-ਵੱਖ ਥਾਈਂ ਜਾਣਗੀਆਂ ਜਿੱਥੇ ਨਰਮੇ ਦੀ ਫਸਲ ਹੈ, ਜੋ ਬੈਲਟ ਹੈ ਨਰਮਾ ਜਿਹੜਾ ਕਿਸਾਨ ਜਿੱਥੇ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਹੋਏਗੀ, ਖੇਤਾਂ ਦਾ ਦੌਰਾ ਵੀ ਕੀਤਾ ਜਾਏਗਾ ਔਰ ਕਿਸੇ ਕਿਸਮ ਦੇ ਨਾਲ ਕੋਈ ਨੁਕਸਾਨ ਕਿਸਾਨਾਂ ਦਾ ਨਹੀਂ ਹੋਣ ਦਿੱਤਾ ਜਾਏਗਾ। ਜ਼ਿਕਰਯੋਗ ਹੈ ਕੁਲਦੀਪ ਧਾਲੀਵਾਲ ਵੀ ਕਹਿੰਦੇ ਨਜ਼ਰ ਆਏ ਸੀ ਕਿ ਭਵਿੱਖ ਦੇ ਵਿੱਚ ਜੇਕਰ ਮੁਆਵਜ਼ਾ ਵੀ ਦੇਣਾ ਹੈ ਪਰ ਪਹਿਲਾਂ ਉਸ ਦਾ ਪੂਰਾ ਨਿਰੀਖਣ ਹੋਏਗਾ ਔਰ ਭੋਖ ਪੜਤਾਲ ਕੀਤੀ ਜਾਏਗੀ। ਤੁਸੀਂ ਦੌਰਾ ਕਰ ਰਹੇ ਹੋ, ਕੀ ਕਹਿ ਰਹੇ ਨੇ ਕਿਸਾਨ? ਤੁਹਾਨੂੰ ਕੀ ਲੱਗਦਾ ਹੈ ਕਿੱਥੇ ਕੱਚਾ ਔਰ ਕਿਵੇਂ ਇਸ ਨੂੰ ਪੂਰਾ? ਕਿਸਾਨ ਚਿੰਤਤ ਹੈ। ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖਤਰੇ ਦੇ ਵਿੱਚ ਆ। ਇਹਨਾਂ ਦੀ ਮੇਨ ਸਾਡਾ ਚਿੱਟਾ ਸੋਨਾ ਕਾਟਨ ਇੱਥੇ ਮੇਨ ਹੁੰਦੀ ਆ ਤੇ ਵਿਚਾਰੇ ਕੋਈ ਵਾਈਟ ਫਲਾਈ ਆ, ਕੋਈ ਗੁਲਾਬੀ ਸੁੰਡੀ ਆ, ਇਹਨੇ ਘੇਰਿਆ ਪਿਆ। ਇਹਦਾ ਕਾਰਨ ਕੀ ਹੈ ਜੀ? ਕਿਆ ਮੂੰਗੀ ਦੀ ਵੀ ਕਹਿੰਦੇ ਕਾਰਨ ਹੈਗਾ? ਮੂੰਗੀ ਇਹਦਾ ਕਈ ਕਾਰਨ ਨੇ, ਕੁਛ ਤਾਂ ਮਤਲਬ ਉੱਤੇ ਮੌਸਮ ਦਾ ਵੀ ਆ, ਬਟ ਇੱਕ ਇਹ ਹੈ ਕਿ ਜਿਹੜੀਆਂ ਦਵਾਈਆਂ ਕੀਟਨਾਸ਼ਕ ਦਵਾਈਆਂ ਜਿਹੜੀਆਂ ਉਹ ਕਿਸਾਨਾਂ ਨੂੰ ਵਿਚਾਰਿਆਂ ਨੂੰ ਡੁਪਲੀਕੇਟ ਦਿੱਤੀਆਂ ਜਾ ਰਹੀਆਂ, ਪੈਸੇ ਬਰਬਾਦ ਕੀਤੇ ਜਾ ਰਹੇ ਤੇ ਜਿਹੜੇ ਬੀਜ ਆ ਉਹ ਵੀ ਅਸਲੀ ਬੀਜ ਜਿਹੜੇ ਉਹ ਕਿਸਾਨਾਂ ਨੂੰ ਨਹੀਂ ਮਿਲੇ। ਤੁਹਾਡੇ ਜ਼ਿਹਨ 'ਚ ਕੀ ਆ ਰਿਹਾ ਕਿ ਕੀ ਕਰਨਾ ਹੈ ਹੁਣ ਇਹ ਗਰਾਊਂਡ ਤੇ ਰਿਐਲਿਟੀ ਦੇਖ ਕੇ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੀਟਨਾਸ਼ਕ ਦਵਾਈਆਂ ਜਿਹੜੀਆਂ ਪੰਜਾਬ ਦੀ ਹੱਦ ਦੇ ਅੰਦਰ ਜਿਹੜੀਆਂ ਨਕਲੀ ਦਵਾਈਆਂ ਉਹ ਵਿਕਣ ਤੇ ਰੋਕ ਲਾਈ ਜਾਵੇ। ਬਹੁਤ ਇੱਕ ਮੁਆਵਜ਼ਾ ਪਿਛਲਾ ਤੁਹਾਨੂੰ ਤੁਹਾਡੇ ਕੋਲ ਡੇਟਾ ਹੈ? ਕਿਆ ਮਿਲਿਆ ਪਿਛਲਾ ਮੁਆਵਜ਼ਾ ਨਰਮੇ ਦਾ ਔਰ ਅੱਗੇ ਨਹੀਂ ਕੀ? ਨਹੀਂ, ਲਗਭਗ ਮਿਲ ਗਿਆ, ਥੋੜਾ ਦਿੰਦਾ ਲਗਭਗ ਮਿਲ ਗਿਆ, ਕੁਝ ਜਿਹੜਾ ਦਿੰਦਾ ਡੀ ਸਾਹਿਬ ਨੂੰ ਕਹਿਤਾ ਮਿਲ ਜੂਗਾ ਵੀ। ਇੱਕ ਆਖਰੀ ਸਵਾਲ ਹੈ, ਅਕਾਲੀ ਦਲ ਦੀ ਸਿਆਸਤ ਦਾ ਧੁਰਾ ਰਿਹਾ ਹੈ ਬਠਿੰਡਾ ਔਰ 10 ਸਾਲ ਤੋਂ ਕਿਸਾਨ ਕਹਿ ਰਹੇ ਪਰੇਸ਼ਾਨ ਸੀਗੇ, ਕੋਈ ਮੰਤਰੀ ਆਉਂਦਾ ਹੀ ਨਹੀਂ ਸੀਗਾ ਨਾ, ਕੋਈ ਕਦੀ ਆਇਆ ਹੀ ਨਹੀਂ। ਮਾੜੀ ਗੱਲ ਤੇ ਹੈ ਕਿ 5 ਵਾਰ ਮੁੱਖ ਮੰਤਰੀ ਰਹੇ ਬਾਦਲ ਸਾਹਿਬ, ਜਦ ਉਹਨਾਂ ਦੇ ਜ਼ਿਲ੍ਹੇ 'ਚ ਆਹ ਹਾਲ ਆ, ਉਹਨਾਂ ਕੋਲ ਦਵਾਈਆਂ ਨਕਲੀ ਜਿਹੜੀਆਂ ਉਹ ਨਹੀਂ ਰੋਕੀਆਂ ਗਈਆਂ, ਉਹ ਗਾਂ ਕੀ ਕਰਨਗੇ? ਅੱਗੇ ਕਿੱਥੇ ਜਾ ਰਹੇ ਹੋ ਹੁਣ? ਅੱਗੇ ਕਿੱਥੇ? ਇਹ ਅਗਲਾ ਪਿੰਡ ਮੈਂ ਇੱਕ ਮਿੰਟ ਡਾਇਰੈਕਟਰ ਸਾਹਿਬ ਨਾਲ, ਅਗਲਾ ਪਿੰਡ ਕਿਹੜਾ ਬੜਾ? ਪੱਕਾ ਕਲ। ਔਰ ਇਹ ਪੂਰੇ ਪੰਜਾਬ 'ਚ ਕੀਤਾ ਜਾਏਗਾ ਬਠਿੰਡੇ ਤੋਂ ਇਲਾਵਾ? ਨਹੀਂ, ਇਹ 6 ਜ਼ਿਲ੍ਹੇ ਆ। ਕਿਹੜੇ? ਅੱਜ ਮਤਲਬ ਅਸੀਂ ਮਾਨਸਾ ਤੇ ਬਠਿੰਡੇ ਜਾਵਾਂਗੇ, ਮੁਕਤਸਰ 'ਚ ਸਾਡੀਆਂ ਦੂਜੀਆਂ ਟੀਮਾਂ ਆ, ਫਾਜ਼ਿਲਕੇ 'ਚ ਦੂਜੀਆਂ ਟੀਮਾਂ, ਸਾਰੇ ਥਾਵਾਂ ਜਿੱਥੇ ਨਰਮਾ ਪੱਟੀ ਆ ਉੱਥੇ ਸਾਰੇ ਥਾਵਾਂ ਤੇ ਆਪਣੀਆਂ ਟੀਮਾਂ ਲੱਗੀਆਂ। ਸੈਣੇ ਵਾਲੇ ਵੀ ਜਾਣਾ ਜੀ ਆਪਾਂ, ਸਾਡੇ ਪਿੰਡ ਵਾਪਸੀ ਤੇ ਸੈਣੇ ਵਾਲ ਜਾਣਾ, ਕਹਿੰਦੇ ਸਾਡੇ ਪਿੰਡ ਵੀ ਚਲੋ। ਅੱਛਾ, ਕਿਸਾਨਾਂ ਨੂੰ ਕੀ ਮੈਸੇਜ ਹੈਗਾ ਹੈ? ਕਿਉਂਕਿ ਤੁਹਾਨੂੰ ਦੇਖ ਵੀ ਰਹੇ ਨੇ ਲੋਕ, ਤੁਹਾਡੀ ਇਸ ਵਿਜ਼ਿਟ ਨੂੰ ਪ੍ਰੈਕਟੀਕਲੀ ਵੀ ਦੇਖ ਰਹੇ ਨੇ ਕਿ ਮੰਤਰੀ ਆਏ ਨੇ, ਉਹਨਾਂ ਲਈ ਕੀ ਮੈਸੇਜ ਹੈ? ਕਿਵੇਂ ਸਮਝਿਆ ਜਾਵੇ ਇਸ ਮੰਤਰੀ ਦੀ ਵਿਜ਼ਿਟ ਨੂੰ? ਉਹਨਾਂ ਨੂੰ ਮੈਸੇਜ ਇਹ ਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ, ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜੀ ਆ ਔਰ ਉਹਨਾਂ ਦਾ ਨਰਮਾ, ਉਹਨਾਂ ਦੀ ਫਸਲ ਨੂੰ ਬਚਾਉਣ ਦਾ ਹਰ ਸੰਭਵ ਯਤਨ ਕਰਾਂਗੇ। ਤਾਂ ਸਿੱਧੇ ਤੌਰ ਤੇ ਦਾਅਵਾ ਕੀਤਾ ਗਿਆ ਕਿ ਕਿਸੇ ਕਿਸਮ ਦਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ। ਅੱਗੇ ਵਧਾਂਗੇ, ਖਬਰ ਨੰਬਰ 3 ਦਾ ਜ਼ਿਕਰ ਕਰਾਂਗੇ। ਦੱਸਦੇ ਕਿ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਦਫ਼ਤਰ ਵਿਜੇ ਸਿੰਗਲਾ ਪਹੁੰਚੇ ਨੇ ਔਰ ਪਾਰਟੀ ਵਰਕਰਾਂ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ, ਮੀਟਿੰਗ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਮਾਨਦਾਰੀ ਦੇ ਨਾਲ ਹੀ ਕੰਮ ਕੀਤਾ ਤੇ ਸਾਫ਼ ਪੱਖ ਹੋ ਕੇ ਨਿਕਲਾਂਗੇ। ਲਗਾਤਾਰ ਉਹਨਾਂ ਦੇ ਵੱਲੋਂ ਪਹਿਲਾਂ ਵੀ ਕਿਹਾ ਗਿਆ ਸੀ ਤਾਂ ਹੁਣ ਵੀ ਉਹਨਾਂ ਨੇ ਦੁਹਰਾਇਆ। ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਵਿਜੇ ਸਿੰਗਲਾ ਉਹਨਾਂ ਦੇ ਵੱਲੋਂ ਦੱਸਦੀ ਕਿ ਜ਼ਮਾਨਤ ਤੇ ਬਾਹਰ ਆਏ ਨੇ ਔਰ ਜ਼ਮਾਨਤ ਤੇ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਦਫ਼ਤਰ ਪਹੁੰਚੇ, ਰਿਹਾ ਹੋ ਕੇ ਉਹਨਾਂ ਦੇ ਵੱਲੋਂ ਦਫ਼ਤਰ ਤੇ ਪਹੁੰਚ ਕੇ ਮੀਟਿੰਗ ਕੀਤੀ ਗਈ ਹੈ ਵਰਕਰਾਂ ਦੇ ਨਾਲ, ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਵਿਜੇ ਸਿੰਗਲਾ ਨੇ ਔਰ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਹੀ ਗੱਲ ਫਿਰ ਤੋਂ ਦੁਹਰਾਈ ਹੈ। ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚੋਂ ਬਰੀ ਹੋ ਕੇ ਨਿਕਲਾਂਗੇ, ਇਹ ਦਾਅਵਾ ਕੀਤਾ ਗਿਆ। ਵੱਡਾ ਵਾਅਦਾ ਕਹਿ ਸਕਦੇ ਆ ਕਿ ਆਪਣੇ ਵਰਕਰਾਂ ਦੇ ਨਾਲ ਕੀਤਾ ਗਿਆ। ਖਾਸ ਤੌਰ ਤੇ ਜ਼ਿਕਰ ਲਗਾਤਾਰ ਹੋ ਰਿਹਾ ਸੀ ਕਿ ਵਿਜੇ ਸਿੰਗਲਾ ਜੋ ਕਿ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਦੱਸ ਦਈਏ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਔਰ ਜਾਂਚ ਵੀ ਹੋਈ, ਸਵਾਲ ਜਵਾਬ ਵੀ ਹੋਏ, ਪਰ ਕਿਤੇ ਨਾ ਕਿਤੇ ਜ਼ਮਾਨਤ ਜਿਹੜੀ ਆ ਉਹ ਦਿੱਤੀ ਜਾ ਚੁੱਕੀ ਹੈ। ਜ਼ਮਾਨਤ ਤੋਂ ਰਿਹਾ ਹੋਣ ਤੋਂ ਬਾਅਦ ਇਹ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ। ਵਰਕਰ ਦੇ ਨਾਲ ਮੀਟਿੰਗ ਕੀਤੀ ਹੈ, ਆਪਣੇ ਦਫ਼ਤਰ ਪਹੁੰਚੇ ਨੇ, ਤਸਵੀਰਾਂ ਸਾਫ਼ ਤੌਰ ਤੇ ਜ਼ਾਹਿਰ ਨੇ। ਉਹਨਾਂ ਦੇ ਵੱਲੋਂ ਆ ਕੇ ਸਭ ਦੇ ਨਾਲ ਮਿਲਿਆ ਗਿਆ, ਗੱਲਬਾਤ ਕੀਤੀ ਗਈ ਹੈ। ਅੱਗੇ ਦੇ ਵਿਕਾਸ ਕੰਮਾਂ ਨੂੰ ਲੈ ਕੇ ਦਾਅਵਾ ਕੀਤਾ ਗਿਆ ਕਿ ਸਰਕਾਰ ਦੇ ਨਾਲ ਮਿਲ ਕੇ ਵਿਕਾਸ ਕੰਮ ਪੂਰੇ ਕੀਤੇ ਜਾਣਗੇ। ਜੋ ਪਹਿਲਾਂ ਉਹ ਦਾਅਵਾ ਕਰਦੇ ਸੀ, ਵਾਅਦਾ ਕਰਦੇ ਸੀ, ਤਾਂ ਹੁਣ ਫਿਰ ਤੋਂ ਉਹਨਾਂ ਦੇ ਵੱਲੋਂ ਉਹੀਓ ਗੱਲ ਦੁਹਰਾਈ ਗਈ ਹੈ। ਸੋ ਦੱਸਦੇ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਔਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ
ਸਰਕਾਰ ਦਾ ਜਾਂ ਸਰਕਾਰ ਦੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਅਜੇ ਸਾਬਿਤ ਨਹੀਂ ਹੋਇਆ ਕਿ ਉਹ ਕਿਸੇ ਤਰ੍ਹਾਂ ਦੇ ਨਾਲ ਕੋਈ ਦੋਸ਼ੀ ਨਹੀਂ ਹਨ ਜਾਂ ਉਹਨਾਂ ਦੇ ਵੱਲੋਂ ਕੋਈ ਕਸੂਰ ਨਹੀਂ ਕੀਤਾ ਗਿਆ। ਜਾਂਚ ਹੋਏਗੀ। ਦਫ਼ਤਰ 'ਚ ਪਹਿਲਾਂ ਗਤੀਵਿਧੀਆਂ ਜਿਸ ਤਰ੍ਹਾਂ ਅਸੀਂ ਸਾਡੀ ਸਰਕਾਰ ਹੈ ਔਰ ਇਲਾਕੇ ਦੇ ਲੋਕਾਂ ਦੇ ਜੋ ਕੰਮ ਅਸੀਂ ਕਰਨੇ ਹੈ ਇਮਾਨਦਾਰੀ ਨਾਲ ਉਹ ਅੱਗੇ ਵਧਾਵਾਂਗੇ। ਉਸੇ ਤਰ੍ਹਾਂ ਹੀ ਕੰਮਕਾਰ ਹੁੰਦੇ ਰਹਿਣਗੇ ਔਰ ਅਸੀਂ ਮਿਲਾਂਗੇ ਜੋ ਵੀ ਟਾਈਮ ਜਿਸ ਤਰ੍ਹਾਂ ਦਾ ਵੀ ਮਿਲਦਾ ਹੋਇਆ। ਸਾਰੀ ਪਾਰਟੀ ਦੇ ਸਾਡੇ ਸਾਰੇ ਅਹੁਦੇਦਾਰ ਵਰਕਰ ਸਾਹਿਬਾਨ ਆਏ ਨੇ, ਰਲ ਮਿਲ ਕੇ ਪਹਿਲਾਂ ਦੀ ਤਰ੍ਹਾਂ ਸਾਡੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਂਦੇ ਦੇਣਾ ਚਾਹੁੰਦਾ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਬੋਲਿਆ ਕਿ ਸਾਡੇ ਵਿਭਾਗ 'ਚ ਬਿਲਕੁਲ ਇਮਾਨਦਾਰੀ ਨਾਲ ਟੋਟਲੀ ਕੰਮ ਹੋਇਆ ਔਰ ਆਮ ਆਦਮੀ ਪਾਰਟੀ ਦਾ ਜੋ ਏਜੰਡਾ ਹੈ ਉਸੇ ਤੇ ਅਸੀਂ ਕੰਮ ਕੀਤਾ। ਆਮ ਆਦਮੀ ਪਾਰਟੀ ਦਾ ਮੈਂ ਵਫਾਦਾਰ ਸਿਪਾਹੀ ਹਾਂ ਔਰ ਉਸੇ ਵਫਾਦਾਰੀ ਨਾਲ ਅਸੀਂ ਕੰਮ ਕਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਔਰ ਪੂਰੀ ਆਸ ਹੈ ਬਲਕਿ ਵਿਸ਼ਵਾਸ ਹੈ ਕਿ ਪਾਰਟੀ ਵੀ ਪੂਰੀ ਤਰ੍ਹਾਂ ਸਾਥ ਦੇਊਗੀ ਔਰ ਜੋ ਵੀ ਮਸਲਾ ਹੈ ਉਹਦੇ ਵਿੱਚੋਂ ਬਿਲਕੁਲ ਪਾਕ ਤੇ ਸਾਫ਼ ਬਾਹਰ ਆਵਾਂਗੇ। ਸਰਕਾਰ ਵੱਲੋਂ ਕਿੱਦਾਂ ਦਾ ਸਪੋਰਟ ਰਹੇਗਾ ਹੁਣ? ਨਹੀਂ, ਸਰਕਾਰ ਵੱਲੋਂ ਸਪੋਰਟ ਹੈ, ਸਰਕਾਰ ਦਾ ਅਸੀਂ ਹਿੱਸਾ। ਸੋ ਜਿਹੜੇ ਕੰਮ ਸੋ ਫੋਨ ਲਾਈਨ ਤੇ ਪੱਤਰਕਾਰ ਬਲਦੇਵ ਸ਼ਰਮਾ ਜੀ। ਬਲਦੇਵ, ਕੀ ਕੁਝ ਜਾਣਕਾਰੀ ਹੈ? ਹਾਲਾਂਕਿ ਵੱਡੀ ਤਾਦਾਦ ਉਹਨਾਂ ਦੇ ਵਰਕਰਾਂ ਦੀ ਕਹਿ ਲਈ ਉਹਨਾਂ ਦੇ ਸਮਰਥਕਾਂ ਦੀ ਉਹਨਾਂ ਦੇ ਨਾਲ ਮੌਜੂਦ ਸੀ। ਬਿਲਕੁਲ ਗੁਰਜੋਤ, ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰੀ ਹੈ ਜਿਹੜੇ ਡਾਕਟਰ ਵਿਜੇ ਸਿੰਗਲਾ ਪਬਲਿਕ ਤੌਰ ਤੇ ਸਾਹਮਣੇ ਆਏ ਆ। ਅੱਜ ਉਹਨਾਂ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਰੱਖੀ ਆਪਣੇ ਦਫ਼ਤਰ ਦੇ ਵਿੱਚ, ਜਿੱਥੇ ਵੱਡੀ ਤਾਦਾਦ 'ਚ ਵਰਕਰ ਜਿਹੜੇ ਡਾਕਟਰ ਵਿਜੇ ਸਿੰਗਲਾ ਨਾਲ ਖੜੇ ਨਜ਼ਰ ਆਏ। ਵਿਜੇ ਸਿੰਗਲਾ ਨੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਵੇਂ ਪਹਿਲਾਂ ਦੀ ਤਰ੍ਹਾਂ ਸਰਕਾਰ 'ਚ ਉਹਨਾਂ ਦੇ ਕੰਮ ਹੁੰਦੇ ਸੀ ਉਸੇ ਤਰ੍ਹਾਂ ਹੀ ਹੋਣਗੇ ਤੇ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਜਿਹੜਾ ਕੇਸ ਦੇ ਵਿੱਚ ਮੈਨੂੰ ਫਸਾਇਆ ਗਿਆ ਮੈਂ ਉਸ ਤੋਂ ਪਾਕ ਸਾਫ਼ ਹੋ ਕੇ ਨਿਕਲਾਂਗਾ। ਹਾਲਾਂਕਿ ਇੱਕ ਵੱਡਾ ਸਵਾਲ ਹੈ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਮੰਤਰੀ ਖੁਦ ਹੀ ਆਪਣੀ ਸਰਕਾਰ ਦੇ ਸੋਲੇ ਜਿਹੜੇ ਗਾਉਂਦੇ ਨਜ਼ਰ ਆਏ। ਫਿਲਹਾਲ ਫੈਸਲਾ ਆਮ ਆਦਮੀ ਪਾਰਟੀ ਨੇ ਕਰਨਾ ਹੈ ਕਿ ਡਾਕਟਰ ਵਿਜੇ ਸਿੰਗਲਾ ਪਹਿਲਾਂ ਦੀ ਤਰ੍ਹਾਂ ਕੰਮ ਕਰਨਗੇ ਜਾਂ ਉਹ ਵੱਖਰੇ ਉਹਨਾਂ ਦੇ ਸੁਰ ਹੋਣਗੇ। ਜੀ ਠੀਕ ਹੈ ਬਲਦੇਵ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਇਹੋ ਗੱਲ ਫਿਰ ਤੋਂ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਤੇ ਅੱਗੇ ਵੀ ਕੀਤਾ ਜਾਏਗਾ। ਤਾਂ ਅੱਗੇ ਵਧਦੇ ਹਾਂ, ਖਬਰ ਨੰਬਰ 2 ਦੇ ਵੱਲ ਰੁਕ ਕਰਾਂਗੇ। ਵੱਡੀ ਖਬਰ ਆ ਰਹੀ ਹੈ ਮੋਹਾਲੀ ਤੋਂ। ਗੈਂਗਸਟਰਾਂ ਦੇ ਨੈਕਸਸ ਦਾ ਪਰਦਾਫਾਸ਼ ਹੋਇਆ ਹੈ। ਮੋਹਾਲੀ ਦੇ ਵਿੱਚ ਹਥਿਆਰਾਂ ਦੇ ਸਣੇ ਦੱਸਦੀ ਕਿ 2 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਜ਼ੀਰਕਪੁਰ ਤੋਂ ਇਹ ਗ੍ਰਿਫਤਾਰੀ ਹੋਈ ਹੈ। ਜ਼ੀਰਕਪੁਰ ਤੋਂ ਕਾਬੂ ਕੀਤਾ ਗਿਆ ਹਥਿਆਰਾਂ ਦੇ ਨਾਲ ਹੈਰੋਇਨ ਵੀ ਮਿਲੀ ਹੈ। ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਮੋਹਾਲੀ ਦੇ ਵਿੱਚ ਦੱਸਦੀ ਕਿ ਹਥਿਆਰਾਂ ਸਣੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਲਗਾਤਾਰ ਛਾਪੇਮਾਰੀ ਹੋ ਰਹੀ ਹੈ। ਲਗਾਤਾਰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਹੁਣ ਇਸ ਨੂੰ ਵੱਡੀ ਕਾਮਯਾਬੀ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਹੈਰੋਇਨ ਨਸ਼ਾ ਸਪਲਾਈ ਕਰਨ ਗੈਂਗਸਟਰ ਇੱਥੇ ਪਹੁੰਚੇ ਸਨ, ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ। ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਤੋਂ ਹਥਿਆਰਾਂ ਦੇ ਸਣੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਜ਼ੀਰਕਪੁਰ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ। ਜ਼ੀਰਕਪੁਰ ਤੋਂ ਇਹ ਗ੍ਰਿਫਤਾਰੀ ਹੋਈ ਹੈ ਔਰ ਹਥਿਆਰਾਂ ਦੇ ਨਾਲ ਇਹਨਾਂ ਤੋਂ ਹੈਰੋਇਨ ਵੀ ਬਰਾਮਦ ਹੋਈ ਹੈ। ਦਿੱਲੀ ਨੰਬਰ ਦੀ ਗੱਡੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਗੈਂਗਸਟਰ ਸਵਾਰ ਸਨ। ਜ਼ੀਰਕਪੁਰ ਦੇ ਵਿੱਚ ਨਸ਼ਾ ਸਪਲਾਈ ਕਰਨ ਆਏ ਸਨ ਇਹ ਗੈਂਗਸਟਰ ਔਰ ਬਰਨਾਲਾ ਦੇ ਰਹਿਣ ਵਾਲੇ ਨੇ। ਲਵਲੀ ਤੇ ਨਿੱਕਾ ਇਹਨਾਂ ਦਾ ਨਾਂ ਦੱਸਿਆ ਜਾ ਰਿਹਾ ਹੈ। ਲਵਲੀ ਤੇ ਨਿੱਕਾ ਨਾਂ ਦੇ ਇਹ ਗੈਂਗਸਟਰ ਨੇ ਜਿਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਅੱਗੇ ਦੇ ਸਵਾਲ ਜਵਾਬ ਹੋਣਗੇ ਸੁਭਾਵਿਕ ਤੌਰ ਤੇ। ਆਖਿਰਕਾਰ ਹਥਿਆਰ ਤੇ ਨਸ਼ਾ ਕਿੱਥੋਂ ਆਏ, ਕਿਸਨੇ ਕਿਹਾ ਸਪਲਾਈ ਕਰਨ ਦੇ ਲਈ ਔਰ ਕਿੰਨੇ ਸਮੇਂ ਤੋਂ ਉਹ ਇਸ ਦੇ ਵਿੱਚ ਇਨਵੋਲਵ ਨੇ, ਹੋਰ ਕਿਸ ਦੇ ਨਾਲ ਲਿੰਕ ਨੇ, ਕਿਉਂਕਿ ਇਸ ਵੇਲੇ ਇਹ ਸਭ ਤੋਂ ਵੱਡੀ ਸਮੱਸਿਆ ਇਸ ਨੂੰ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਦੇ ਵਿੱਚ ਹਥਿਆਰ ਵਰਤੇ ਗਏ। ਲਗਾਤਾਰ ਪੁਲਿਸ ਪੜਤਾਲ ਕਰ ਰਹੀ ਹੈ ਔਰ ਇਹ ਵੱਡੀ ਕਾਮਯਾਬੀ। ਸਿੱਧਾ ਚੱਲਦੇ ਹਾਂ ਮਨੋਜ ਰਾਠੀ ਨੇ ਜ਼ਿਆਦਾ ਚਰਚਾ ਦੇ ਲਈ, ਗੱਲਬਾਤ ਦੇ ਲਈ। ਮਨੋਜ, ਸਭ ਤੋਂ ਪਹਿਲਾਂ ਕੀ ਕੁਝ ਜਾਣਕਾਰੀ ਹੈ? ਬਿਲਕੁਲ ਗੁਰਜੋਤ, ਜਿਹੜੀ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਥੋੜੀ ਦੇਰ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਲਵਲੀ ਤੇ ਨਿੱਕਾ 2 ਦੱਸੇ ਜਾ ਰਹੇ ਨੇ। ਇਹ ਗੈਂਗਸਟਰ ਮੰਨਾ ਜਿਹੜਾ ਮਹਿਰ ਕਲਾ ਬਰਨਾਲਾ ਦਾ ਰਹਿਣ ਵਾਲਾ ਮੰਨਾ ਗੈਂਗਸਟਰ ਹੈ। ਕਰੀਬ 40 ਤੋਂ ਵੀ ਵੱਧ ਜਿਹੜੇ ਕੇਸਿਸ ਨੇ ਉਹਦੇ ਦਰਜ ਨੇ ਤੇ ਪੁਲਿਸ ਉਹਦੇ ਹੀ ਇਹ ਜਿਹੜੇ 2 ਗੁਰਗੇ ਦੱਸਿਆ ਜਾ ਰਿਹਾ ਸੁਖਜਿੰਦਰ ਸਿੰਘ ਉਫ ਲਵਲੀ ਤੇ ਨਿੱਕਾ, ਸੁਖਜਿੰਦਰ ਸਿੰਘ ਉਫ ਨਿੱਕਾ ਤੇ ਇੱਕ ਹੈਗਾ ਲਵਲੀ। 2 ਜਿਹੜੇ ਹੈਗੇ ਉਹਨਾਂ ਕੋਲੋਂ ਜਿਹੜਾ ਪਿਸਟਲ ਜਿਹੜੀ ਹੈ ਔਰ 7 ਜਿੰਦਾ ਕਾਰਤੂਸ ਬਰਾਮਦ ਹੋਏ ਤੇ ਨਾਲ ਦੇ ਨਾਲ ਅੱਧਾ ਕਿਲੋ ਹੀਰੋਇਨ ਜਿਹੜਾ ਹੈ
ਉਹ ਰਿਕਵਰ ਕੀਤੀ ਹੈ। ਇਹ ਜ਼ੀਰਕਪੁਰ ਦੀ ਛੱਤ ਲਾਈਟਾਂ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਵਾਈਟ ਕਲਰ ਦੀ ਸਵਿਫਟ ਗੱਡੀ, ਦਿੱਲੀ ਨੰਬਰ ਗੱਡੀ ਸੀਗੀ। ਪੁਲਿਸ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਹੈਗੇ ਇੱਥੇ ਆਂਦੇ ਆ ਤੇ ਨਸ਼ਾ ਸਪਲਾਈ ਵੀ ਕਰਦੇ ਆ, ਕਿਉਂਕਿ ਹੁਣ ਇਹ ਤੁਸੀਂ ਵੀ ਜਿੱਦਾਂ ਜ਼ਿਕਰ ਕੀਤਾ ਗੁਰਜੋਤ ਕਿ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਪੁਲਿਸ ਦੇ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਨੇ, ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਦੇ ਗੁਰਗੇ ਨੇ, ਉਹ ਹਥਿਆਰਾਂ ਦੇ ਨਾਲ ਹੁਣ ਜਿਹੜੇ ਨਸ਼ੇ ਦੀ ਵੀ ਸਪਲਾਈ ਕਰਦੇ ਆ। ਪੰਜਾਬ 'ਚ ਜਾਂ ਫਿਰ ਪੰਜਾਬ ਦੇ ਜਿਹੜੇ ਨੇੜੇ ਸਟੇਟਸ ਨੇ ਉੱਥੇ ਜਾ ਕੇ ਇਹ ਨਸ਼ਾ ਸਪਲਾਈ ਕਰਦੇ ਆ। ਕਾਲਜਾਂ 'ਚ ਜਾਂ ਫਿਰ ਜਿਹੜੇ ਪੀਜੀ ਰਹਿੰਦੇ ਮੁੰਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸਪਲਾਈ ਕਰਦੇ ਤੇ ਇੱਕ ਵੱਡੀ ਸਫਲਤਾ ਕਹਿ ਸਕਦੇ ਆ ਕਿ ਅੰਡਰ ਦਾ ਸੁਪਰਵਿਜ਼ਨ ਆਫ ਵਿਕਰਮਜੀਤ ਸਿੰਘ ਬਰਾੜ ਡੀਐਸਪੀ ਤੇ ਐਸਐਸਪੀ ਮੋਹਾਲੀ, ਉਹਨਾਂ ਦੀ ਸੁਪਰਵਿਜ਼ਨ 'ਚ ਇਹ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਕਾਬੂ ਕੀਤਾ ਹੈ ਤੇ ਕਹਿ ਸਕਦੇ ਆ ਕਿ ਵੱਡੀ ਜਿਹੜੀ ਹੈ ਪੁੱਛਗਿੱਛ 'ਚ ਵੱਡੇ ਖੁਲਾਸੇ ਹੋਣਗੇ ਕਿ ਆਖਿਰ ਇਹ ਜਿਹੜੇ ਇਲੀਗਲ ਵੈਪਨਸ ਨੇ ਜਾਂ ਫਿਰ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਇਹ ਕਿੱਥੋਂ ਲੈ ਕੇ ਆਂਦੇ ਸੀ, ਕਿਸ ਤਰ੍ਹਾਂ ਦੀ ਇਹਨਾਂ ਦੀ, ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਇੱਥੇ ਪਹੁੰਚਦੇ ਸੀ ਤੇ ਉਸ ਤੋਂ ਬਾਅਦ ਇਹ ਵੱਖ-ਵੱਖ ਜਾ ਕੇ ਇਹ ਨਸ਼ਾ ਜਿਹੜਾ ਉਹ ਸਪਲਾਈ ਕਰਦੇ ਸੀ, ਹਥਿਆਰ ਜਿਹੜਾ ਸਪਲਾਈ ਕਰਦੇ ਸੀ ਤੇ ਹੁਣ ਵੱਡੇ ਖੁਲਾਸੇ ਜਿਹੜੇ ਹੋਣਗੇ ਕਿਉਂਕਿ ਹੁਣੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਰਿਮਾਂਡ ਲੈ ਕੇ ਪੇਸ਼ ਕਰਕੇ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਹੋਰ ਕਿੱਥੇ ਇਹਨਾਂ ਦੇ ਪੂਰੇ ਸੰਪਰਕ ਸੀਗੇ। ਜਿਹੜਾ ਗੈਂਗਸਟਰ ਮੰਨਾ ਦੇ ਇਹ ਗੁਰਗੇ ਨੇ ਬੜੇ ਖਾਸ ਦੱਸੇ ਜਾ ਰਹੇ ਨੇ। ਜਿਹੜਾ ਗੈਂਗਸਟਰ ਮੰਨਾ ਹੈਗਾ ਮਹਿਰਕਲ ਬਰਨਾਲਾ ਦਾ ਗੈਂਗਸਟਰ ਹੈਗਾ ਜਿਹਦੇ ਤੇ 40 ਪਰਚੇ ਦਰਜ ਨੇ, ਜਿਹੜਾ ਦੱਸਿਆ ਜਾ ਰਿਹਾ ਹੁਣ ਤੱਕ ਦੀ, ਇਹ ਉਹਦੇ ਵਾਸਤੇ ਕੰਮ ਕਰਦੇ ਆ। ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇਹ ਹੁਣ ਜਿਹੜੀ ਪੁੱਛਗਿੱਛ ਕਰ ਰਹੇ ਆ ਕਿ ਇੱਕ ਵੱਡੀ ਸਫਲਤਾ ਕਹਿ ਸਕਦੇ ਆ ਕਿ ਇਹਦੇ ਵਿੱਚ ਪੁਲਿਸ ਨੂੰ ਮਿਲੀ ਹੈ। ਮੋਹਾਲੀ ਪੁਲਿਸ ਨੂੰ ਇਹਦੇ ਵਿੱਚ ਸਫਲਤਾ ਮਿਲੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਗੁਰਜੋਤ ਕਈ ਇਸ ਤਰ੍ਹਾਂ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਡਰੱਗਸ ਨੂੰ ਲੈ ਕੇ, ਗੈਂਗਸਟਰ, ਕਿਉਂਕਿ ਕੱਲ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਆਈਪੀਐਸ ਜਿਹੜੇ ਸੁਖਚੈਨ ਸਿੰਘ ਗਿੱਲ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਅੱਜਕੱਲ ਗੈਂਗਸਟਰ ਜਿਹੜੇ ਨੇ ਉਹ ਵੀ ਨਸ਼ੇ ਦਾ ਸਪਲਾਈ ਕਰਨ ਲੱਗੇ, ਨਸ਼ੇ ਦੀ ਨਾਲ ਹਥਿਆਰਾਂ ਦੀ ਸਪਲਾਈ ਕਰਨ ਲੱਗੇ। ਹੋਈ ਇੱਕ ਹੋਰ ਵੱਡੀ ਖਬਰ ਹੈ ਮਨੋਜ, ਜਲਦੀ ਵਾਪਸੀ ਕਰ ਰਹੇ ਤੁਹਾਡੇ ਕੋਲ ਔਰ ਖਬਰ ਨੰਬਰ 1 ਦਾ ਜ਼ਿਕਰ ਕਰਾਂਗੇ। ਇਸ ਵੇਲੇ ਦੀ ਵੱਡੀ ਖਬਰ ਹੈ ਲਾਰੈਂਸ ਤੇ ਜੱਗੂ ਦਾ ਆਮਣਾ ਸਾਹਮਣਾ ਹੋਏਗਾ। ਖਰੜ ਸੀਆਈਏ ਲਿਆਂਦਾ ਗਿਆ ਜੱਗੂ ਭਗਵਾਨਪੁਰੀਆ ਨੂੰ। ਇਸ ਵੇਲੇ ਦੀ ਵੱਡੀ ਖਬਰ ਹੈ ਲਾਰੈਂਸ ਦੇ ਸਾਹਮਣੇ ਬਿਠਾ ਕੇ ਜੱਗੂ ਤੋਂ ਪੁੱਛਗਿੱਛ ਕੀਤੀ ਜਾਏਗੀ। ਮੂਸੇਵਾਲਾ ਮਰਡਰ ਕੇਸ ਜਿਸ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਹੋ ਰਹੀ ਹੈ, ਪੂਰੀ ਰਫ਼ਤਾਰ ਦੇ ਨਾਲ ਕਹਿ ਸਕਦੇ ਹਾਂ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਲਾਰੈਂਸ ਤੇ ਜੱਗੂ ਹੁਣ ਆਮਣੇ ਸਾਹਮਣੇ ਹੋਣਗੇ, ਯਾਨੀ ਕਿ ਦੋਵਾਂ ਨੂੰ ਬਿਠਾ ਕੇ ਸਵਾਲ ਜਵਾਬ ਕੀਤੇ ਜਾਣਗੇ ਕਿ ਸ਼ਾਰਪ ਸ਼ੂਟਰ ਮੁਹੱਈਆ ਕਰਵਾਏ ਕਿਸ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਔਰ ਆਖਰਕਾਰ ਵੱਡਾ ਕਾਰਨ ਕੀ ਸੀ ਤੇ ਹਥਿਆਰ ਕਿੱਥੋਂ ਆਏ, ਕਿਸ ਦੇ ਵੱਲੋਂ ਸਪਲਾਈ ਹੋਏ, ਗੱਡੀਆਂ ਕਿਸ ਨੇ ਮੁਹੱਈਆ ਕਰਾਈਆਂ। ਕਿਉਂਕਿ ਖਾਸ ਤੌਰ ਤੇ ਜੇਕਰ ਅਸੀਂ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕਰਦੇ ਹਾਂ ਤਾਂ ਸੁਪਾਰੀ ਕਿੰਗ ਦੇ ਨਾਂ ਦੇ ਨਾਲ ਮਸ਼ਹੂਰ ਹੈ ਜੱਗੂ ਭਗਵਾਨਪੁਰੀਆ। ਤਾਂ ਇਸ ਵੇਲੇ ਦੀ ਵੱਡੀ ਖਬਰ ਹੈ, ਖਬਰ ਨੰਬਰ 1 ਦਾ ਜ਼ਿਕਰ ਕਰ ਰਹੇ ਹਾਂ ਇਸ ਵੇਲੇ ਦੀ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਚਰਚਾ ਹੋ ਰਹੀ ਹੈ, ਕਹਿ ਲਈਏ ਕਿ ਰਿਮਾਂਡ ਤੇ ਵੱਡੇ ਖੁਲਾਸੇ ਹੋ ਰਹੇ ਨੇ ਜੋ ਕੀਤੇ ਜਾ ਰਹੇ ਨੇ, ਤਾਂ ਹੁਣ ਲਾਰੈਂਸ ਔਰ ਜੱਗੂ ਆਮਨੇ ਸਾਹਮਣੇ ਬੈਠਣਗੇ। ਸਿੱਧਾ ਚੱਲਦੇ ਆ ਮਨੋਜ ਨੇ ਸਾਡੇ ਨਾਲ ਲਗਾਤਾਰ ਚਰਚਾ ਦੇਣੀ ਔਰ ਵੱਡਾ ਇਸ ਵੇਲੇ ਮਸਲਾ, ਕਿਉਂਕਿ ਮਨੋਜ ਜੇਕਰ ਲਾਰੈਂਸ ਔਰ ਜੱਗੂ ਭਗਵਾਨਪੁਰੀਆ ਆਮੋ ਸਾਹਮਣੇ ਬੈਠਦੇ ਨੇ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਪੂਰਾ ਮਸਲਾ ਸਾਫ਼ ਹੁੰਦਾ ਨਜ਼ਰ ਆਏਗਾ। ਦੇਖੋ ਗੁਰਜੋਤ, ਹੁਣ ਕਈ ਚੀਜ਼ਾਂ ਖੁੱਲਦੀਆਂ ਨਜ਼ਰ ਆ ਰਹੀਆਂ ਸਿੱਧੂ ਮੂਸੇਵਾਲੇ ਮਰਡਰ ਨੂੰ ਲੈ ਕੇ, ਕਿਉਂਕਿ ਸੰਦੀਪ ਕਾਲੂ ਨੂੰ ਜਦ ਅਰੈਸਟ ਕੀਤਾ ਉਹਦੇ ਘਰ ਰੇਡ ਕੀਤੀ ਗਈ ਤੇ ਜਿਹੜੇ ਇਲੀਗਲ ਵੈਪਨ ਜਾਂ ਹੋਰ ਕਈ ਪੁੱਛਗਿੱਛ ਸਾਹਮਣੇ ਆਈ ਹੈ ਕਿ ਸੰਦੀਪ ਕਾਲੂ ਨੂੰ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਏ ਦੇ ਸੰਪਰਕ ਸੀਗਾ, ਹਥਿਆਰ ਦਿੰਦੇ ਸੀਗਾ। ਕਿਉਂਕਿ ਸਿੱਧੂ ਮੂਸੇਵਾਲੇ ਮਰਡਰ 'ਚ ਬਠਿੰਡਾ 'ਚ ਜਿਹੜੀ ਸੀਸੀਟੀਵੀ ਆਈ ਸੀ, ਜਿਹੜੇ 3 ਸ਼ਾਰਪ ਸ਼ੂਟਰ ਪਹੁੰਚਦੇ ਆ ਉਹਨਾਂ ਨੂੰ ਕਿੰਨੇ ਭੇਜਿਆ ਸੀਗਾ, ਸੰਦੀਪ ਕਾਲੂ ਦੇ ਕਹਿਣ ਤੇ ਸਤਬੀਰ ਨੇ ਉਹਨਾਂ ਨੂੰ ਡ੍ਰੌਪ ਕੀਤਾ ਸੀਗਾ। ਇਹਦਾ ਮਤਲਬ ਇਹ ਹੈ ਕਿ ਸਾਰੀ ਕਿਤੇ ਨਾ ਕਿਤੇ ਇਨਵੋਲਵਮੈਂਟ ਜਿਹੜੀ ਹੈ ਜੱਗੂ ਭਗਵਾਨਪੁਰੀਏ ਦੀ ਵੀ ਇਸ ਪੂਰੇ ਕਤਲ ਮਾਮਲੇ, ਸਿੱਧੂ ਮਰਡਰ ਮਾਮਲੇ 'ਚ ਸਾਹਮਣੇ ਆ ਰਹੀ ਹੈ। ਤੇ ਹੁਣ ਇਹਦੇ ਵਿੱਚ ਹੁਣ ਪੁਲਿਸ ਜਿਹੜੀ ਹੈ ਜੱਗੂ ਭਗਵਾਨਪੁਰੀਏ ਨੂੰ ਸੀਆਈਏ ਖਰੜ ਲੈ ਕੇ ਆਈ ਹੈ, ਜਿੱਥੇ ਆਲਰੇਡੀ ਲਾਰੈਂਸ ਬਿਸ਼ਨੋਈ ਇੱਥੇ ਹੀ ਮੌਜੂਦ ਹੈ। ਹਾਲਾਂਕਿ ਹੋਸ਼ਿਆਰਪੁਰ ਪੁਲਿਸ ਨੇ ਰਿਮਾਂਡ ਤੇ ਲਿੱਤਾ ਗਿਆ ਸੀਗਾ, ਲੇਕਿਨ ਫॉर ਸਿਕਿਉਰਿਟੀ ਰੀਜ਼ਨਸ ਜਿਹੜੀ ਸਾਡੇ ਅਧਿਕਾਰੀ ਨਾਲ ਵੀ ਗੱਲ ਹੋਈ ਹੈ ਕਿ ਫॉर ਸਿਕਿਉਰਿਟੀ ਰੀਜ਼ਨਸ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹਨੂੰ ਇੱਥੇ ਹੀ ਰੱਖਿਆ ਗਿਆ ਹੈ। ਜਿਹੜਾ ਮਰਜ਼ੀ ਜਿਹੜੀ ਹੈਗੀ ਜ਼ਿਲ੍ਹੇ ਦੀ ਪੁਲਿਸ ਰਿਮਾਂਡ ਤੇ ਲੈਂਦੀ ਹੈ, ਲੇਕਿਨ ਸੀਆਈਏ ਖਰੜ ਹੀ ਉਹਨੂੰ ਰੱਖਿਆ ਜਾਏਗਾ ਤੇ ਜ਼ਿਲ੍ਹੇ ਦੇ ਕੋਲੋਂ ਵੀ ਪੁੱਛਗਿੱਛ ਹੋਣੀ ਹੈ ਲਾਰੈਂਸ ਬਿਸ਼ਨੋਈ ਦੇ ਆਮਣੇ ਸਾਹਮਣੇ, ਉਹਨਾਂ ਨੂੰ ਸਾਰਿਆਂ ਨੂੰ ਇੱਥੇ ਹੀ ਲਾ ਕੇ ਆਮਣੇ ਸਾਹਮਣੇ ਪੁੱਛਗਿੱਛ ਹੋਏਗੀ। ਹੁਣ ਇੱਕ ਵੱਡੀ ਜਿਹੜੀ ਸਾਹਮਣੇ ਆਈ ਹੈ ਕਿ ਜੱਗੂ ਭਗਵਾਨਪੁਰੀਏ ਨੂੰ ਇੱਥੇ ਲੈ ਕੇ ਆਇਆ ਗਿਆ, ਥੋੜੀ ਦੇਰ ਪਹਿਲਾਂ ਹੀ ਉਹਨੂੰ ਲੈ ਕੇ ਆਇਆ ਗਿਆ ਤੇ ਹੁਣ ਲਾਰੈਂਸ ਬਿਸ਼ਨੋਈ ਦੇ ਆਮਣੇ ਸਾਹਮਣੇ ਸਿੱਧੂ ਮਰਡਰ ਮਾਮਲੇ 'ਚ ਪੁੱਛਗਿੱਛ ਹੋਏਗੀ। ਪੁੱਛਗਿੱਛ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਪਲੈਨਿੰਗ ਜਿਹੜੀ ਹੋਈ ਹੈ ਸਿੱਧੂ ਮੂਸੇਵਾਲੇ ਦੀ ਹਾਈ ਪ੍ਰੋਫਾਈਲ ਮਰਡਰ ਕਹਿ ਸਕਦੇ ਕਿ ਵੱਡੀ ਪਲੈਨਿੰਗ, ਬਹੁਤ ਵੱਡੀ ਪਲੈਨਿੰਗ ਹੋਈ ਹੈ, ਜਿਹਦੇ ਵਿੱਚ ਜੇਲ੍ਹ 'ਚ ਬੰਦ ਜਿਹੜੇ ਜੱਗੂ ਭਗਵਾਨਪੁਰੀਆ ਹੋ ਗਿਆ ਜਾਂ ਫਿਰ ਜਿਹੜਾ ਲਾਰੈਂਸ ਬਿਸ਼ਨੋਈ ਹੋ ਗਿਆ, ਇਹਨਾਂ ਨੇ ਪੂਰੀ ਪਲੈਨਿੰਗ ਦੇ ਤਹਿਤ ਜੇਲ੍ਹ 'ਚ ਬਹਿ ਕੇ ਇਹਨਾਂ ਨੇ ਪੂਰੀ ਪਲੈਨਿੰਗ ਕੀਤੀ। ਜੱਗੂ ਭਗਵਾਨਪੁਰੀਏ ਦਾ ਵੀ ਇਹਦੇ ਵਿੱਚ ਹੱਥ ਆ ਰਿਹਾ ਕਿ ਉਹਨੇ ਕਿਸ ਤਰ੍ਹਾਂ ਜਿਹੜੀ ਚੀਜ਼ਾਂ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਸੀ, ਕਿਹੜੇ ਸ਼ਾਰਪ ਸ਼ੂਟਰ ਨੂੰ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਸੀ, ਕਿਹੜੇ ਹਥਿਆਰਾਂ ਨੂੰ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਸੀ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਗੋਲਡੀ ਬਰਾੜ ਦੇ ਨਾਲ ਵੀ
ਗੋਲਡੀ ਬਰਾੜ ਜਿਹੜਾ ਹੈਗਾ ਇਹ ਇੱਥੋਂ ਸਾਰਾ ਇੰਸਟਰਕਸ਼ਨ ਦੇ ਰਹੇ ਸੀ। ਉਸ ਤੋਂ ਗੋਲਡੀ ਬਰਾੜ ਸਾਰੀ ਇੰਸਟਰਕਸ਼ਨ ਆਪਣੇ ਗੁਰਗਿਆਂ ਨੂੰ ਦੇ ਰਿਹਾ ਸੀਗਾ, ਯਾਨੀ ਉਹਦੇ ਗੁਰਗੇ ਜਿਹੜੇ ਸਾਰੇ ਪੰਜਾਬ 'ਚ ਬੈਠੇ ਹੋਏ ਨੇ, ਉੱਥੇ ਲੁਕੇ ਹੋਏ ਨੇ, ਚਾਹੇ ਉਹ ਮਨਪ੍ਰੀਤ ਭਾਊ ਹੋਵੇ, ਜਿਨ੍ਹਾਂ ਮਨਪ੍ਰੀਤ ਭਾਊ ਨੇ ਵੀ ਦੱਸਿਆ ਕਰੋਲਾ ਗੱਡੀ ਉਹਨੇ ਪ੍ਰੋਵਾਈਡ ਕੀਤੀ, ਪ੍ਰਭਜੀਤ ਸਿੰਘ ਪੱਬੀ ਹੋਵੇ ਜਿਹਨੇ ਸ਼ੈਲਟਰ ਦਿੱਤਾ ਸੀਗਾ, ਮਨਮੋਹਨ ਮੰਨਾ ਹੋਵੇ ਜਿਹੜਾ ਹੁਣ ਜੇਲ੍ਹ 'ਚ ਹੈ, ਉਹਨੇ ਵੀ ਸਾਰਾ ਰੂਟ ਪਲਾਨ ਜਿਹੜਾ ਦੱਸਿਆ ਸੀਗਾ। ਤੇ ਹੁਣ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਲਗਾਤਾਰ ਆਮਣੇ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਏਗੀ ਤੇ ਵੱਡੇ ਖੁਲਾਸੇ ਇਸ ਪੂਰੇ ਮਾਮਲੇ 'ਚ ਹੋਣ ਦੀ ਉਮੀਦ ਹੈ। ਪੁਲਿਸ ਹੁਣ ਲਗਾਤਾਰ ਇਹਨਾਂ ਕੋਲੋਂ ਪੁੱਛਗਿੱਛ ਕਰੇਗੀ ਕਿ ਆਖਿਰ ਇਨ ਦੋਨਾਂ ਦਾ ਰੋਲ ਕੀ ਸੀਗਾ, ਕਿਸ ਤਰ੍ਹਾਂ ਦੀ ਚੀਜ਼ਾਂ ਪ੍ਰੋਵਾਈਡ ਕਰਾਈ ਗਈ, ਜੱਗੂ ਭਗਵਾਨਪੁਰੀਆ ਨੇ ਕਿਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਕੇ ਕੀਤੀ, ਔਰ ਜਿਹੜੇ 3 ਲੋਕ ਉੱਥੇ ਪਹੁੰਚੇ ਸੀ ਬਠਿੰਡਾ, ਜਿਨ੍ਹਾਂ ਨੇ ਸਤਬੀਰ ਨੇ ਜਿਨ੍ਹਾਂ ਨੂੰ ਛੱਡਿਆ ਸੀਗਾ, ਉਹ ਜੱਗੂ ਭਗਵਾਨਪੁਰੀਆ ਨੇ ਕਿੱਥੋਂ ਬੁਲਾਏ ਸੀਗੇ, ਹਥਿਆਰ ਕਿੱਥੋਂ ਆਏ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਨ 'ਚ ਜੁਟ ਗਈ ਹੈ। ਗੁਰਜੋਤ ਬਿਲਕੁਲ, ਔਰ ਵੱਡੇ ਖੁਲਾਸੇ ਸੁਭਾਵਿਕ ਤੌਰ ਤੇ ਹੋ ਸਕਦੇ ਨੇ। ਮਨੋਜ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਲਾਰੈਂਸ ਔਰ ਖਾਸ ਤੌਰ ਤੇ ਜੇਕਰ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕੀਤਾ ਜਾਵੇ ਤਾਂ ਹੁਣ ਆਮੋ ਸਾਹਮਣੇ ਬੈਠਣਗੇ ਔਰ ਉਹਨਾਂ ਤੋਂ ਸਵਾਲ ਜਵਾਬ ਹੋਣਗੇ, ਤਾਂ ਸੁਭਾਵਿਕ ਤੌਰ ਤੇ ਵੱਡੇ ਖੁਲਾਸੇ ਵੀ ਹੋਣ ਦੀ पूरी उम्मीद है। और भगवानपुरिया लॉरेंस के सामने बिठा के हुणे पुछगिछ होएगी। मूसेवाला मर्डर केस के लिए जग्गू ने शार्प शूटर दिते साने इल्जाम ने और सुपारी किंग के नाम दे नाल जग्गू भगवानपुरिया मशहूर है।